ਸਤਿ ਸ਼੍ਰੀ ਅਕਾਲ ਜੀ। ਕਿਤਾਬ ਬੁਨਿਆਦਾਂ, ਲੇਖਕ ਨਰਿੰਦਰ ਸਿੰਘ ਕਪੂਰ। ਇਸ ਦਾ ਦੂਜਾ ਲੇਖ ਯੁੱਗ ਬਦਲੀ। ਯੁੱਗ ਉਦੋਂ ਅਤੇ ਉੱਥੇ ਹੀ ਬਦਲਦੇ ਹਨ ਜਿੱਥੇ ਯੁੱਗ ਨੂੰ ਬਦਲਣ ਵਾਲੀਆਂ ਪਰਿਸਥਿਤੀਆਂ ਪੈਦਾ ਹੁੰਦੀਆਂ ਹਨ ਅਤੇ ਬਦਲਣ ਵਾਲੇ ਸੋਚਵਾਨ ਅਤੇ ਸਿਧਾਂਤ ਵਾਲੇ ਗਿਆਨਵਾਨ ਅਤੇ ਹਿੰਮਤੀ ਵਿਅਕਤੀ ਜ਼ਿੰਮੇਵਾਰੀ ਚੁੱਕਦੇ ਹਨ। ਹਿੰਮਤ ਅਤੇ ਗਿਆਨ ਦੀ ਹੋਂਦ ਅਣਹੋਂਦ ਕਾਰਨ ਹੀ ਸੰਸਾਰ ਦੇ ਕੁਝ ਖੇਤਰ ਖੁਸ਼ਹਾਲ ਅਤੇ ਬਾਕੀ ਪਛੜੇ ਹੋਏ ਹਨ। ਹਿੰਮਤ ਕਰਨ ਵਾਲੇ ਪਹਿਲਾਂ ਪਰਿਵਰਤਨ ਦਾ ਸੁਪਨਾ ਵੇਖਦੇ ਹਨ, ਫਿਰ ਢੁਕਵੇਂ ਸਾਧਨ ਜਟਾਉਂਦੇ ਹਨ ਅਤੇ ਆਪਣੀ ਵਿਉਂਤਬੰਦੀ ਅਤੇ ਮਿਹਨਤ ਨਾਲ ਆਪਣੇ ਸੁਪਨੇ ਨੂੰ ਯਥਾਰਥ ਕਰ ਵਿਖਾਉਂਦੇ ਹਨ। ਆਧੁਨਿਕ ਦ੍ਰਿਸ਼ਟੀ ਤੋਂ ਯੂਨਾਨੀਆਂ ਅਤੇ ਰੋਮਨਾਂ ਨੇ 2500 ਸਾਲ ਪਹਿਲਾਂ ਸੁਚੇਤ ਰੂਪ ਵਿੱਚ ਆਪਣਾ ਯੁੱਗ ਬਦਲਿਆ ਸੀ। ਅਜੋਕਾ ਰੋਮ ਸੰਸਾਰ ਦਾ ਪਹਿਲਾ ਸ਼ਹਿਰ ਸੀ। ਸੰਸਾਰ ਵਿੱਚ 10 ਲੱਖ ਦੀ ਆਬਾਦੀ ਪਾਰ ਕਰਨ ਵਾਲਾ ਪਹਿਲਾ ਸ਼ਹਿਰ ਵੀ ਰੋਮ ਸੀ। ਯੂਨਾਨੀ ਪਹਿਲੇ ਸਨ ਜਿਨ੍ਹਾਂ ਨੇ ਵਿਸ਼ਵ ਦੇ ਸੰਦਰਭ ਵਿੱਚ ਸੋਚਿਆ। ਸੁਕਰਾਤ ਪਹਿਲਾ ਯੂਨਾਨੀ ਸੀ ਜਿਸ ਦੀ ਸੋਚ ਵਿਸ਼ਵ ਵਿਆਪੀ ਸੀ। ਉਹ ਸੰਸਾਰ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਦਾ ਪਹਿਲਾ ਸ਼ਹੀਦ ਸੀ। ਸਿਕੰਦਰ ਵੀ ਪਹਿਲਾ ਯੂਨਾਨੀ ਸੀ ਜਿਸ ਨੇ ਸੰਸਾਰ ਨੂੰ ਜਿੱਤਣ ਦਾ ਸੰਕਲਪ ਕੀਤਾ ਸੀ। ਅਜੋਕੇ ਸਮੇਂ ਵਿੱਚ ਸੰਸਾਰ ਦੇ ਉਹੀ ਦੇਸ਼ ਖੁਸ਼ਹਾਲ ਹਨ ਜਿਨ੍ਹਾਂ ਦਾ ਪਿਛੋਕੜ ਯੂਨਾਨੀ ਜਾਂ ਰੋਮਾਨੀ ਹੈ। ਯੂਨਾਨੀ ਗਿਆਨ ਅਤੇ ਰੋਮਾਨੀ ਪ੍ਰਬੰਧ ਵਾਲਾ ਅਜੋਕਾ ਈਸਾਈ ਜਗਤ ਖੁਸ਼ਹਾਲ ਹੈ, ਵਿਕਸਿਤ ਹੈ, ਟੈਕਨੋਲੋਜੀ ਦਾ ਸਿਰਜਕ ਅਤੇ ਵਰਤੋਂਕਾਰ ਹੈ, ਸਮੇਂ ਦਾ ਪਾਬੰਦ ਅਤੇ ਵਿਗਿਆਨਕ ਹੈ। ਅਜੋਕੇ ਸੰਸਾਰ ਉੱਤੇ ਵਾਸਤਵ ਵਿੱਚ ਯੂਰਪ ਜਾਂ ਪੱਛਮ ਦਾ ਰਾਜ ਹੈ। ਅਮਰੀਕਾ ਅਜੋਕੇ ਪੱਛਮ ਦਾ ਵਿਸਥਾਰ ਹੈ। ਬਾਕੀ ਦਾ ਸੰਸਾਰ ਪੱਛਮ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਹੀ ਵਿਕਾਸ ਕਰਕੇ ਆਧੁਨਿਕ ਬਣ ਰਿਹਾ ਹੈ। ਹਰ ਹੀਲੇ ਪੱਛਮ ਦਾ ਵਿਰੋਧ ਕਰਨ ਵਾਲੇ ਭਾਂਤ-ਭਾਂਤ ਦੇ ਕੱਟੜਵਾਦੀ ਮੱਧਕਾਲੀ ਸਮੱਸਿਆਵਾਂ ਅਤੇ ਧਾਰਮਿਕ ਅੰਧ ਵਿਸ਼ਵਾਸਾਂ ਵਿੱਚ ਉਲਝੇ ਹੋਣ ਕਾਰਨ ਆਪਣੇ ਆਪ ਲਈ ਵਿਪਤਾਵਾਂ ਹੀ ਉਪਜਾ ਰਹੇ ਹਨ। ਪੱਛਮ ਨਾਲ ਮਤਭੇਦ ਹੋ ਸਕਦੇ ਹਨ, ਪਰ ਪੱਛਮ ਦੇ ਵਿਗਿਆਨਕ ਯੋਗਦਾਨ ਨੂੰ ਅੱਖੋਂ ਪਰੋਖੇ ਕਰਨਾ ਸੰਭਵ ਨਹੀਂ ਹੈ। ਹਰ ਧਰਮ ਨੇ ਸੰਸਾਰ ਦੀ ਉਤਪੱਤੀ ਅਤੇ ਸਮਾਜ ਦੇ ਨਿਰਮਾਣ ਅਤੇ ਮਨੁੱਖ ਦੀ ਸਥਿਤੀ ਬਾਰੇ ਆਪਣੀ ਆਪਣੀ ਕਿਸਮ ਦੀਆਂ ਧਾਰਨਾਵਾਂ ਉਸਾਰੀਆਂ ਹਨ। ਯੁੱਗਾਂ ਦੇ ਬਦਲਣ ਬਾਰੇ ਕਾਰਲ ਮਾਰਕਸ ਨੇ ਬੜੀ ਗੰਭੀਰਤਾ ਨਾਲ ਅਤੇ ਬੜੇ ਵਿਸਥਾਰ ਨਾਲ ਅਧਿਐਨ ਕੀਤਾ ਹੈ, ਜਿਸ ਨੂੰ ਉਸ ਦੇ ਇਤਿਹਾਸਿਕ ਪਦਾਰਥਵਾਦ ਦਾ ਨਾਂ ਦਿੱਤਾ ਗਿਆ ਹੈ, ਜਿਸ ਨਾਲ ਸੋਚ ਦਾ ਇੱਕ ਨਵਾਂ ਯੁੱਗ ਸ਼ੁਰੂ ਹੋਇਆ ਹੈ। ਪਰ ਇਸ ਸੋਚ ਅਤੇ ਸਿਧਾਂਤ ਦਾ ਵਿਰੋਧ ਵੀ ਹੋਇਆ ਹੈ। ਯੁੱਗ ਬਦਲੀ ਦੇ ਵਿਸ਼ੇ ਨੂੰ ਕਈ ਢੰਗਾਂ ਨਾਲ ਵੱਖ-ਵੱਖ ਆਧਾਰਾਂ ਅਤੇ ਵਿਭਿੰਨ ਦ੍ਰਿਸ਼ਟੀਕੋਣਾਂ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਯੁੱਗ ਬਦਲੀ ਵਿੱਚ ਕੇਂਦਰੀ ਨੁਕਤਾ ਪਰਿਵਰਤਨ ਹੁੰਦਾ ਹੈ। ਸਮੁੱਚੇ ਸੰਸਾਰ ਨੂੰ ਸੋਚ ਦੇ ਪੱਖੋਂ ਪਰਿਵਰਤਨ ਪੱਖੀ ਅਤੇ ਪਰਿਵਰਤਨ ਵਿਰੋਧੀ ਵੰਨਗੀਆਂ ਵਿੱਚ ਵੰਡਿਆ ਜਾ ਸਕਦਾ ਹੈ। ਆਲਸੀ ਅਤੇ ਸੁਸਤ ਲੋਕ ਪਰਿਵਰਤਨ ਤੋਂ ਡਰਦੇ ਹਨ ਅਤੇ ਅਗਲੇ ਜਨਮ ਅਤੇ ਕਿਸਮਤ ਦਾ ਭਾਂਜਵਾਦੀ ਸੰਕਲਪ ਉਸਾਰ ਕੇ ਆਪਣੀ ਬੌਧਿਕ ਕੰਗਾਲੀ ਦਾ ਹੀ ਪ੍ਰਮਾਣ ਦਿੰਦੇ ਹਨ ਅਤੇ ਪਰੰਪਰਾ ਨੂੰ ਦ੍ਰਿੜ ਕਰਵਾਉਂਦੇ ਹਨ। ਭਾਰਤ ਨੇ ਸਤਯੁੱਗ, ਤ੍ਰੇਤਾ ਯੁੱਗ, ਦੁਆਪਰ ਅਤੇ ਕਲਯੁੱਗ ਦਾ ਸੰਕਲਪ ਉਸਾਰ ਕੇ ਮਨੁੱਖ ਦੇ ਨਿਰੰਤਰ ਨਿਗਰਨ ਦਾ ਅੰਧ ਵਿਸ਼ਵਾਸੀ ਫਲਸਫਾ ਉਸਾਰਿਆ ਹੈ। ਭਾਰਤ ਮੁੱਖ ਤੌਰ 'ਤੇ ਪੁਰਾਤਨਵਾਦੀ ਹੈ। ਇਹ ਆਪਣੀ ਹਰ ਚੀਜ਼ ਨੂੰ ਪੁਰਾਤਨ ਸਿੱਧ ਕਰਕੇ ਨਾ ਇਹ ਕਿਸੇ ਪ੍ਰਕਾਰ ਦਾ ਪਰਿਵਰਤਨ ਲਿਆਉਣ ਦਾ ਯਤਨ ਕਰਦਾ ਹੈ, ਨਾ ਹੀ ਇਹ ਕਿਸੇ ਪਰਿਵਰਤਨ ਨੂੰ ਪ੍ਰਵਾਨ ਕਰਦਾ ਹੈ। ਸਾਡੇ ਪਿੰਡ ਪੁਰਾਤਨ ਪਰੰਪਰਾ ਦੀਆਂ ਪਾਠਸ਼ਾਲਾਵਾਂ ਹਨ। ਇਹਨਾਂ ਵਿੱਚ ਜੀਵਨ ਮੱਧਕਾਲੀ ਸੰਕਲਪਾਂ ਵਾਲਾ ਹੈ, ਜਿਸ ਕਾਰਨ ਭਾਰਤ ਵਿੱਚ ਜਾਤ-ਪਾਤ ਨੂੰ ਖਤਮ ਕਰਨ ਦੇ ਹਰੇਕ ਉਪਰਾਲੇ ਨਾਲ ਜਾਤ-ਪਾਤ ਹੋਰ ਦ੍ਰਿੜ ਹੀ ਹੋਈ ਹੈ। ਜਾਤ-ਪਾਤ ਭਾਰਤ ਦਾ ਹੀ ਲੱਛਣ ਨਹੀਂ। ਸੰਸਾਰ ਵਿੱਚ ਜਿੱਥੇ ਵੀ ਖੇਤੀਬਾੜੀ ਉਪਜੀਵਕਾ ਦਾ ਮੁੱਖ ਸਾਧਨ ਹੈ, ਉੱਥੇ ਕਿਸੇ ਨਾ ਕਿਸੇ ਰੂਪ ਵਿੱਚ ਜਾਤ-ਪਾਤ ਹੈ। ਪਰ ਭਾਰਤ ਵਿੱਚ ਇਸ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਹਨ, ਜਿਹੜੀਆਂ ਇਹ ਦਰਸਾਉਂਦੀਆਂ ਹਨ ਕਿ ਭਾਰਤ ਵਿੱਚ ਪਰਿਵਰਤਨ ਦੀ ਚਾਲ ਬੜੀ ਹੌਲੀ ਹੈ। ਭਾਰਤ ਦੇ ਇਤਿਹਾਸ ਨੇ 4 ਮੁੱਖ ਮੋੜ ਕੱਟੇ ਹਨ: ਆਰੀਆ ਦਾ ਆਗਮਨ, ਬੁੱਧ ਦਾ ਪ੍ਰਗਟ ਹੋਣਾ, ਇਸਲਾਮ ਦਾ ਪ੍ਰਵੇਸ਼ ਅਤੇ ਅੰਗਰੇਜ਼ਾਂ ਦਾ ਆਉਣਾ। ਇਹ 4 ਮੋੜ ਕੱਟਣ ਵਿੱਚ ਭਾਰਤ ਨੇ ਆਪ ਕੋਈ ਉਦਮ ਨਹੀਂ ਕੀਤਾ। ਉਦਮ ਯਤਨ ਕਰਨ ਵਾਲਿਆਂ ਜਾਂ ਆਉਣ ਵਾਲਿਆਂ ਨੇ ਕੀਤਾ ਹੈ। ਭਾਵੇਂ ਬੁੱਧ ਧਰਮ ਭਾਰਤ ਵਿੱਚ ਉਪਜਿਆ, ਪਰ ਇਸ ਦੀ ਨੁਹਾਰ ਬਾਕੀ ਭਾਰਤੀ ਧਰਮਾਂ ਨਾਲ ਮੇਲ ਨਹੀਂ ਖਾਂਦੀ, ਜਿਸ ਕਾਰਨ ਬੁੱਧ ਧਰਮ ਦਾ ਪ੍ਰਭਾਵ ਭਾਰਤ ਵਿੱਚ ਘਟਿਆ ਹੈ ਅਤੇ ਇਹ ਵਿਦੇਸ਼ਾਂ ਵਿੱਚ ਫੈਲਿਆ ਹੈ। ਮੰਗੋਲ ਨਸਲ ਦੀਆਂ ਕੌਮਾਂ 'ਤੇ ਬੁੱਧ ਧਰਮ ਦਾ ਵਿਸ਼ਾਲ ਪ੍ਰਭਾਵ ਹੈ। ਭਾਰਤ ਕੋਲ ਇਤਿਹਾਸ ਦਾ ਲਕੀਰੀ ਸੰਕਲਪ ਨਹੀਂ ਹੈ, ਕਿਉਂਕਿ ਭਾਰਤ ਕੋਲ ਸਮੇਂ ਦੇ ਕਾਲ ਚੱਕਰ ਦਾ ਸੰਕਲਪ ਹੈ।
ਸਾਡਾ ਕੈਲੰਡਰ ਸੂਰਜ ਆਧਾਰਿਤ ਨਹੀਂ, ਚੰਦਰਮਾ ਆਧਾਰਿਤ ਹੈ। ਜਦੋਂ ਤੱਕ ਸਮੇਂ ਦਾ ਲਕੀਰੀ ਸੰਕਲਪ ਨਹੀਂ ਉਸਰਦਾ, ਇਤਿਹਾਸ ਨਹੀਂ ਉਪਜੇਗਾ। ਸੰਸਾਰ ਵਿੱਚ ਕੈਲੰਡਰ ਨੂੰ ਸਭ ਤੋਂ ਪਹਿਲਾਂ ਮਿਸਰੀਆਂ ਨੇ ਬਣਾਇਆ, ਪਰ ਅਜੋਕਾ ਕੈਲੰਡਰ ਰੋਮਨ ਕੈਲੰਡਰ ਹੈ, ਜਿਹੜਾ ਯਹੂਦੀਆਂ ਈਸਾਈਆਂ ਦਾ ਸਿਰਜਿਆ ਹੋਇਆ ਹੈ। ਇਸ ਸਮੇਂ ਸੰਸਾਰ ਵਿੱਚ ਕੈਲੰਡਰ ਤਾਂ ਕਈ ਹਨ, ਜਿਵੇਂ ਹਿੰਦੂ ਬਿਕਰਮੀ ਕੈਲੰਡਰ, ਮੁਸਲਿਮ ਹਿਜਰੀ ਕੈਲੰਡਰ ਅਤੇ ਸਿੱਖ ਨਾਨਕਸ਼ਾਹੀ ਕੈਲੰਡਰ, ਪਰ ਅਜੋਕੇ ਸੰਸਾਰ ਵਿੱਚ ਸਭ ਤੋਂ ਵੱਧ ਪ੍ਰਮਾਣਿਤ ਈਸਾਈ ਕੈਲੰਡਰ ਹੈ, ਜਿਸ ਅਨੁਸਾਰ ਈਸਾ ਸੰਸਾਰ ਦਾ ਪਹਿਲਾ ਇਤਿਹਾਸਿਕ ਵਿਅਕਤੀ ਮੰਨਿਆ ਜਾਂਦਾ ਹੈ ਅਤੇ ਸਮੇਂ ਦੀ ਗੱਲ ਪੂਰਵ ਈਸਵੀ ਅਤੇ ਈਸਵੀ ਅਨੁਸਾਰ ਹੀ ਕੀਤੀ ਜਾਂਦੀ ਹੈ। ਯਹੂਦੀਆਂ ਈਸਾਈਆਂ ਦਾ ਕੈਲੰਡਰ ਵੇਖ ਕੇ ਹੀ ਅਜੋਕੇ ਸੰਸਾਰ ਦੇ ਸਾਰੇ ਧਰਮਾਂ ਫਿਰਕਿਆਂ ਨੇ ਆਪਣੇ ਕੈਲੰਡਰ ਉਸਾਰੇ ਹਨ। ਸਾਡੇ ਮੇਲੇ ਤਿਉਹਾਰ ਅਜੇ ਵੀ ਚੰਦਰਮਾ ਨਾਲ ਜੁੜੇ ਹੋਏ ਹਨ, ਜਦੋਂ ਕਿ ਸੰਸਾਰ ਦਾ ਵਿਕਸਿਤ ਭਾਗ ਸੂਰਜ ਨਾਲ ਜੁੜਿਆ ਹੋਇਆ ਹੈ। ਚੰਦਰਮਾ ਨਾਲ ਜੁੜੇ ਹੋਣ ਕਾਰਨ ਹੀ ਭਾਰਤ ਅੱਜ ਵੀ ਅੰਧ ਵਿਸ਼ਵਾਸੀ ਕੁੰਡਲੀਆਂ, ਮਹੂਰਤਾਂ, ਟੇਵਿਆਂ, ਜਨਮ ਪੱਤਰੀਆਂ, ਸ਼ਰਾਧਾਂ, ਜੋਤਸ਼ੀਆਂ ਵਿੱਚ ਉਲਝਿਆ ਪਿਆ ਹੈ। ਸਾਡੇ ਕੋਲ ਕਾਲ ਦਾ ਸੰਕਲਪ ਹੈ, ਯੁੱਗ ਦਾ ਸੰਕਲਪ ਨਹੀਂ। ਭਾਰਤ ਕੋਲ ਦੇਵਤਿਆਂ ਦਾ ਸੰਕਲਪ ਸੀ। ਭਾਰਤ ਵਿੱਚ ਪਰਮਾਤਮਾ ਦਾ ਸੰਕਲਪ ਇਸਲਾਮ ਲੈ ਕੇ ਆਇਆ ਸੀ, ਜਿਸ ਨੇ ਇਹ ਸੰਕਲਪ ਯਹੂਦੀਆਂ ਈਸਾਈਆਂ ਤੋਂ ਪ੍ਰਾਪਤ ਕੀਤਾ ਸੀ। ਯੂਨਾਨੀ ਰੋਮਨ, ਮਗਰੋਂ ਜਾ ਕੇ ਈਸਾਈ ਬਣੇ। ਈਸਾਈ ਜਗਤ ਨੂੰ ਜਿਓਮੈਟਰੀ ਦੇ ਗਿਆਨ ਨੇ ਵਿਗਿਆਨਿਕ ਬਣਾਇਆ ਹੈ। ਜਿਓਮੈਟਰੀ ਵਾਲੇ ਨਕਸ਼ੇ ਬਣਾਏ ਗਏ, ਜਿਨ੍ਹਾਂ ਨੂੰ ਵਰਤ ਕੇ ਪੱਛਮੀ ਦੇਸ਼ਾਂ ਨੇ ਸਮੁੰਦਰ ਰਾਹੀਂ ਆਪਣਾ ਪ੍ਰਭਾਵ ਸਾਰੇ ਸੰਸਾਰ ਵਿੱਚ ਫੈਲਾਇਆ ਹੈ। ਇਤਿਹਾਸ ਲਿਖਿਆ ਜਾਣਾ ਉਦੋਂ ਸੰਭਵ ਹੁੰਦਾ ਹੈ ਜਦੋਂ ਸੂਰਜੀ ਕੈਲੰਡਰ ਦੀ ਵਰਤੋਂ ਅਤੇ ਲਿਖਣ ਕਲਾ ਦਾ ਵਿਕਾਸ ਹੁੰਦਾ ਹੈ। ਇਵੇਂ ਸੰਸਾਰ ਕੋਲ ਕੇਵਲ 10,000 ਸਾਲ ਦਾ ਇਤਿਹਾਸ ਹੈ। ਇਸ ਤੋਂ ਪਹਿਲਾਂ ਦੇ ਸਭ ਅਨੁਮਾਨ ਹਨ। ਇਹਨਾਂ ਅਨੁਮਾਨਾਂ ਦੇ ਆਧਾਰ 'ਤੇ ਸੰਸਾਰ ਵਿੱਚ 3 ਮੁੱਖ ਯੁੱਗ ਮੰਨੇ ਗਏ ਹਨ: ਮਿਥਿਹਾਸਿਕ ਯੁੱਗ, ਧਾਰਮਿਕ ਯੁੱਗ ਅਤੇ ਵਿਗਿਆਨਕ ਯੁੱਗ। ਯੁੱਗ ਭਾਵੇਂ ਕੋਈ ਹੋਵੇ, ਪਰ ਪਛਾਣਨ ਯੋਗ ਯੁੱਗ 3 ਹੀ ਹਨ, ਜਿਨ੍ਹਾਂ ਨੂੰ ਉਪਜੀਵਕਾ ਦੇ ਪੱਖੋਂ ਸ਼ਿਕਾਰ ਯੁੱਗ, ਖੇਤੀ ਯੁੱਗ ਅਤੇ ਉਦਯੋਗਿਕ ਯੁੱਗ ਕਿਹਾ ਜਾ ਸਕਦਾ ਹੈ। ਇਹ ਯੁੱਗ 3 ਕਿਉਂ ਹੋਏ, 4 ਜਾਂ 2 ਕਿਉਂ ਨਹੀਂ ਹੋਏ? ਇਸ ਦਾ ਉੱਤਰ ਇਹ ਹੈ ਕਿ ਇਹਨਾਂ ਤਿੰਨਾਂ ਯੁੱਗਾਂ ਵਿੱਚ ਮਨੁੱਖ ਦੇ ਮਨ ਵਿੱਚ ਉਪਜਣ ਵਾਲੇ ਹਰੇਕ ਪ੍ਰਸ਼ਨ ਦਾ ਉੱਤਰ ਵੱਖਰੇ ਢੰਗ ਅਤੇ ਵੱਖਰੇ ਤਰਕ ਨਾਲ ਦਿੱਤਾ ਗਿਆ ਹੈ। ਜਿਵੇਂ ਸ਼ਿਕਾਰ ਯੁੱਗ ਵਿੱਚ ਭੂਚਾਲ ਦਾ ਕਾਰਨ ਧਰਤੀ ਦਾ ਇੱਕ ਬਲਦ ਦੇ ਸਿੰਗ 'ਤੇ ਟਿਕੇ ਹੋਣਾ ਅਤੇ ਥੱਕੇ ਹੋਏ ਬਲਦ ਵੱਲੋਂ ਸਿੰਗ ਬਦਲਣਾ ਦੱਸਿਆ ਗਿਆ। ਇਸੇ ਪ੍ਰਸ਼ਨ ਦਾ ਉੱਤਰ ਖੇਤੀ ਯੁੱਗ ਵਿੱਚ ਧਰਮ ਨਾਲ ਜੋੜ ਕੇ ਧਰਤੀ ਦੇ ਬੇੜੇ ਦਾ ਪਾਪਾਂ ਨਾਲ ਭਰੇ ਹੋਣ ਕਰਕੇ ਡੋਲਣਾ ਦੱਸਿਆ ਗਿਆ ਅਤੇ ਉਦਯੋਗਿਕ ਯੁੱਗ ਵਿੱਚ ਇਸ ਨੂੰ ਧਰਤੀ ਅੰਦਰਲੀਆਂ ਟੈਕਟੋਨਿਕ ਪਲੇਟਾਂ ਦਾ ਖਿਸਕਣਾ ਦੱਸਿਆ ਗਿਆ। ਸਪਸ਼ਟ ਹੈ ਕਿ ਇਹਨਾਂ ਤਿੰਨਾਂ ਯੁੱਗਾਂ ਵਿੱਚ ਸੰਦ ਪ੍ਰਬੰਧ ਦੇ ਵੱਖਰੇ ਹੋਣ ਕਾਰਨ ਵਿਸ਼ਵ ਦ੍ਰਿਸ਼ਟੀ ਅਤੇ ਜੀਵਨ ਜਾਚ ਅਤੇ ਸਮਾਜਿਕ ਬਣਤਰ ਵੱਖਰੀ ਸੀ। ਸ਼ਿਕਾਰ ਯੁੱਗ ਪਸ਼ੂ ਕੇਂਦਰਿਤ ਸੀ, ਖੇਤੀ ਯੁੱਗ ਧਰਮ ਜਾਂ ਰੱਬ ਕੇਂਦਰਿਤ ਸੀ, ਜਦੋਂ ਕਿ ਉਦਯੋਗਿਕ ਯੁੱਗ ਵਿਗਿਆਨ ਅਤੇ ਮਨੁੱਖ ਕੇਂਦਰਿਤ ਹੈ। ਸਪਸ਼ਟ ਰੂਪ ਵਿੱਚ ਯੁੱਗ ਉਦੋਂ ਬਦਲਦਾ ਹੈ ਜਦੋਂ ਮਨੁੱਖ ਊਰਜਾ ਦਾ ਕੋਈ ਨਵਾਂ ਵਿਆਪਕ ਸਰੋਤ ਲੱਭਦਾ ਹੈ। ਊਰਜਾ ਜਾਂ ਸ਼ਕਤੀ ਜੀਵਨ ਦੀ ਕੇਂਦਰੀ ਚੂਲ ਹੁੰਦੀ ਹੈ। ਮਨੁੱਖ ਨੂੰ ਹਰੇਕ ਕਾਰਜ ਲਈ ਊਰਜਾ ਦੀ ਲੋੜ ਪੈਂਦੀ ਹੈ। ਊਰਜਾ ਦੇ ਨਵੇਂ ਸਰੋਤ ਨਾਲ ਨਵਾਂ ਸੰਦ ਪ੍ਰਬੰਧ, ਸਮਾਜਿਕ ਪ੍ਰਣਾਲੀ, ਰਿਸ਼ਤਾ ਨਾਤਾ ਪ੍ਰਬੰਧ, ਵਿਆਹ ਪ੍ਰਣਾਲੀ, ਜਾਇਦਾਦੀ ਆਧਾਰ, ਪਹਿਰਾਵਾ, ਆਹਾਰ, ਪਾਬੰਦੀਆਂ, ਮਨਾਹੀਆਂ, ਇਸਤਰੀ ਪੁਰਸ਼ ਸੰਬੰਧ, ਕੰਮ ਧੰਦੇ, ਰਸਮ ਰਿਵਾਜ, ਰਸਮ ਰੀਤਾਂ, ਵਿਸ਼ਵਾਸ ਆਦਿ ਹੋਂਦ ਵਿੱਚ ਆਉਂਦੇ ਹਨ। ਜਦੋਂ ਯੁੱਗ ਬਦਲਦਾ ਹੈ ਤਾਂ ਸਭ ਕੁਝ ਬਦਲਦਾ ਹੈ। ਬਦਲਾਓ ਲਈ ਮੁੱਖ ਲੋੜ ਊਰਜਾ ਦੇ ਨਵੇਂ ਸਰੋਤ ਦੀ ਹੁੰਦੀ ਹੈ। ਸ਼ਿਕਾਰ ਯੁੱਗ ਵਿੱਚ ਮਨੁੱਖ ਕੋਲ ਕੇਵਲ ਆਪਣਾ ਸਰੀਰਕ ਬਲ ਸੀ। ਪੈਦਲ ਚੱਲਣ ਦੀ ਮਜਬੂਰੀ ਸੀ। ਸਾਰਾ ਜੀਵਨ 5-6 ਮੀਲ ਦੇ ਘੇਰੇ ਵਿੱਚ ਗੁਜ਼ਰਦਾ ਸੀ। ਗਿਆਨ ਸੀਮਤ ਸੀ। ਸੂਚਨਾ ਦਾ ਆਦਾਨ ਪ੍ਰਦਾਨ ਮੌਖਿਕ ਸੀ। ਖੇਤੀ ਯੁੱਗ ਵਿੱਚ ਮਨੁੱਖ ਨੇ ਪਸ਼ੂ ਬਲ ਵਰਤਣਾ ਆਰੰਭ ਕੀਤਾ। ਸਵਾਰੀ ਅਤੇ ਸਫ਼ਰ ਲਈ ਘੋੜਿਆਂ ਨੂੰ ਵਰਤਿਆ। ਅਨੁਭਵ ਖੇਤਰ ਫੈਲਿਆ। ਲਿਪੀ ਦਾ ਵਿਕਾਸ ਕੀਤਾ। ਲਿਖਣ ਦੀ ਕਲਾ ਵਿਕਸਿਤ ਹੋਈ। ਸੂਚਨਾ ਦੇ ਮੌਖਿਕ ਸੰਚਾਰ ਦੇ ਨਾਲ ਨਾਲ ਲਿਖਤੀ ਸੰਚਾਰ ਵੀ ਸੰਭਵ ਹੋਇਆ। ਮਕਾਨਕੀ ਊਰਜਾ ਉਦਯੋਗਿਕ ਯੁੱਗ ਦੀ ਚੂਲ ਹੈ। ਉਦਯੋਗਿਕ ਯੁੱਗ ਵਿੱਚ ਮਨੁੱਖ ਨੇ ਮਕਾਨਕੀ ਊਰਜਾ ਨਾਲ ਨਵਾਂ ਸੰਦ ਪ੍ਰਬੰਧ ਸਿਰਜ ਕੇ ਤੇਜ਼ ਚੱਲਣ ਵਾਲੇ ਵਾਹਨਾਂ ਦਾ ਨਿਰਮਾਣ ਕਰਕੇ ਆਪਣੇ ਕਾਰਜਾਂ ਦੀ ਰਫ਼ਤਾਰ ਵਧਾ ਕੇ ਆਪਣਾ ਅਨੁਭਵ ਖੇਤਰ ਵਿਸ਼ਾਲ ਕੀਤਾ ਅਤੇ ਛਾਪੇਖਾਨੇ ਦੀ ਕਾਢ ਨਾਲ ਗਿਆਨ ਦਾ ਪ੍ਰਸਾਰ ਕੀਤਾ ਹੈ। ਉਪਰੋਕਤ ਤੋਂ ਸਪਸ਼ਟ ਹੈ ਕਿ ਸ਼ਿਕਾਰ ਯੁੱਗ ਵਿੱਚ ਮਨੁੱਖ ਕੋਲ ਕੇਵਲ ਸਰੀਰਕ ਬਲ ਜਾਂ ਊਰਜਾ ਸੀ। ਖੇਤੀ ਯੁੱਗ ਵਿੱਚ
ਉਸਨੇ ਸਰੀਰਕ ਬਲ ਦੇ ਨਾਲ ਪਸ਼ੂ ਬਲ ਵਰਤਣਾ ਸਿੱਖਿਆ ਅਤੇ ਉਦਯੋਗਿਕ ਯੁੱਗ ਵਿੱਚ ਸਰੀਰਕ ਬਲ ਅਤੇ ਪਸ਼ੂ ਬਲ ਦੇ ਨਾਲ ਮਕਾਨਕੀ ਬਲ ਵਰਤਣ ਦੀ ਯੋਗਤਾ ਉਪਜਾਈ। ਬਾਕੀ ਜੋ ਕੁਝ ਵੀ ਵਾਪਰਿਆ ਹੈ ਉਹ ਇਹਨਾਂ ਮੁੱਖ ਪਰਿਵਰਤਨਾਂ ਅਧੀਨ ਵਾਪਰਿਆ ਹੈ। ਹੁਣ ਅਸੀਂ ਚੌਥੇ ਯੁੱਗ ਵੱਲ ਵਧ ਰਹੇ ਹਾਂ, ਜਿਹੜਾ ਸੂਰਜੀ ਊਰਜਾ ਤੇ ਆਧਾਰਿਤ ਹੋਵੇਗਾ ਅਤੇ ਜਿਹੜਾ ਕੰਪਿਊਟਰ ਅਤੇ ਰੋਬੋਟ ਅਤੇ ਨੈਨੋ ਟੈਕਨੋਲੋਜੀ ਕੇਂਦਰਿਤ ਹੋਵੇਗਾ। ਇਸ ਯੁੱਗ ਨੂੰ ਟੈਕਨੋਲੋਜੀ ਦਾ ਯੁੱਗ ਕਿਹਾ ਜਾਵੇਗਾ। ਸਪਸ਼ਟ ਹੈ ਕਿ ਜਦੋਂ ਤੱਕ ਕੋਈ ਸਮਾਜ ਸਰੀਰਕ ਬਲ ਹੀ ਵਰਤਦਾ ਹੈ ਉਹ ਸ਼ਿਕਾਰ ਯੁੱਗ ਜਾਂ ਆਦੀਵਾਸੀ ਸਥਿਤੀ ਵਿੱਚ ਹੀ ਰਹਿੰਦਾ ਹੈ, ਅਤੇ ਜਦੋਂ ਤੱਕ ਕੋਈ ਸਮਾਜ ਸਰੀਰਕ ਅਤੇ ਪਸ਼ੂ ਬਲ ਵਰਤਦਾ ਹੈ ਉਹ ਖੇਤੀ ਯੁੱਗ ਵਿੱਚ ਹੀ ਵਿਚਰਦਾ ਰਹਿੰਦਾ ਹੈ। ਉਦਯੋਗਿਕ ਯੁੱਗ ਤੇਲ, ਭਾਫ ਜਾਂ ਬਿਜਲੀ ਤੋਂ ਉਪਜਣ ਵਾਲੀ ਮਕਾਨਕੀ ਊਰਜਾ ਤੋਂ ਬਿਨਾਂ ਸੰਭਵ ਨਹੀਂ ਹੁੰਦਾ। ਅਗਲੇਰੇ ਯੁੱਗ ਲਈ ਅਮੁੱਕ ਊਰਜਾ ਦੀ ਲੋੜ ਪਵੇਗੀ ਜਿਸ ਨੂੰ ਸੂਰਜ ਹੀ ਪੂਰੀ ਕਰ ਸਕੇਗਾ। ਸ਼ਿਕਾਰ ਯੁੱਗ ਤੋਂ ਖੇਤੀ ਯੁੱਗ ਵਿੱਚ ਪ੍ਰਵੇਸ਼ ਕਰਨ ਲਈ ਮਨੁੱਖ ਨੂੰ ਊਰਜਾ ਦੇ ਨਵੇਂ ਸਰੋਤ ਦੀ ਲੋੜ ਸੀ, ਜਿਹੜੀ ਉਸਨੇ ਪਸ਼ੂਆਂ ਨੂੰ ਵਰਤ ਕੇ ਪੂਰੀ ਕੀਤੀ। ਇਸ ਉਦੇਸ਼ ਦੀ ਪੂਰਤੀ ਲਈ ਮਨੁੱਖ ਨੇ ਆਪਣਾ ਗਿਆਨ ਵਰਤ ਕੇ ਸਮੁੱਚੇ ਪਸ਼ੂ ਜਗਤ ਨੂੰ ਲਾਭਕਾਰੀ ਅਤੇ ਹਾਨੀਕਾਰਕ ਵੰਨਗੀਆਂ ਵਿੱਚ ਵੰਡਿਆ ਅਤੇ ਪਾਲ ਕੇ ਲਾਭਕਾਰੀ ਪਸ਼ੂਆਂ ਦੀ ਗਿਣਤੀ ਵਧਾਈ ਅਤੇ ਹਾਨੀਕਾਰਕ ਜੀਵਾਂ ਨੂੰ ਮਾਰਨ ਦਾ ਉਪਰਾਲਾ ਸਿੱਖਿਆ। ਅੱਜ ਤੋਂ 1 ਸਦੀ ਪਹਿਲਾਂ ਤੱਕ ਸਮੁੱਚੀ ਖੇਤੀ ਵਿਵਸਥਾ ਪਸ਼ੂ ਬਲ ਉੱਤੇ ਨਿਰਭਰ ਸੀ। ਜਦੋਂ ਕੁਝ ਸੈਂਕੜੇ ਸਦੀਆਂ ਪਹਿਲਾਂ ਮਨੁੱਖ ਨੇ ਪਸ਼ੂ ਬਲ ਵਰਤਣ ਦੀ ਜਾਂਚ ਸਿੱਖੀ ਤਾਂ ਹੋਰ ਵੀ ਬੜਾ ਕੁਝ ਸੰਭਵ ਕਰ ਵਿਖਾਇਆ। ਉਸਨੇ ਧਰਤੀ ਹੇਠਲਾ ਪਾਣੀ ਲੱਭ ਕੇ ਖੂਹਾਂ ਰਾਹੀਂ ਪਿੰਡ ਵਸਾਏ। ਇਵੇਂ ਖੂਹਾਂ ਰਾਹੀਂ ਮਨੁੱਖ ਸਮੁੰਦਰ, ਦਰਿਆ, ਝੀਲ, ਝਰਨੇ ਆਦਿ ਤੋਂ ਦੂਰ ਵੀ ਰਹਿਣ ਦੇ ਯੋਗ ਹੋਇਆ। ਅੱਗ ਬਾਲਣੀ ਸਿੱਖ ਕੇ ਮਨੁੱਖ ਨੇ ਘਰੇਲੂ ਜੀਵਨ ਦੀ ਨੀਂਹ ਰੱਖੀ। ਇਸ ਤੋਂ ਪਹਿਲਾਂ ਮਨੁੱਖ ਜੰਗਲ ਨੂੰ ਲੱਗੀ ਅੱਗ ਵੇਖਦਾ ਤਾਂ ਸੀ, ਪਰ ਉਸ ਨੂੰ ਅੱਗ ਬਾਲਣੀ ਨਹੀਂ ਸੀ ਆਉਂਦੀ। ਮਨੁੱਖ ਉਸੇ ਅੱਗ ਨੂੰ ਵਰਤ ਸਕਦਾ ਹੈ ਜਿਹੜੀ ਉਸ ਦੇ ਕਾਬੂ ਵਿੱਚ ਹੋਵੇ। ਇਵੇਂ ਹੀ ਉਹੀ ਪਾਣੀ ਵਰਤਿਆ ਜਾ ਸਕਦਾ ਹੈ ਜਿਹੜਾ ਮਨੁੱਖ ਦੇ ਕਾਬੂ ਵਿੱਚ ਹੋਵੇ। ਜੰਗਲ ਦੀ ਅੱਗ ਵਾਂਗ ਹੀ ਹੜ੍ਹ ਦੇ ਪਾਣੀ ਦਾ ਲਾਭ ਨਹੀਂ ਉਠਾਇਆ ਜਾ ਸਕਦਾ। ਅੱਗ ਬਾਲਣ ਦੀ ਕਲਾ ਵਾਂਗ ਹੀ ਮਨੁੱਖ ਨੇ ਗਿਣਤੀ ਮਿਣਤੀ ਕਰਨ ਦੀ ਯੋਗਤਾ ਉਪਜਾਈ ਅਤੇ ਆਲੇ ਦੁਆਲੇ ਨੂੰ ਕਾਬੂ ਕਰਨਾ ਸਿੱਖਿਆ। ਜਿਓਮੈਟਰੀ, ਮੈਥੇਮੈਟਿਕਸ ਅਤੇ ਕੰਪਾਸ ਇਸੇ ਕਲਾ ਦਾ ਵਿਗਿਆਨਕ ਰੂਪ ਹਨ, ਜਿਨ੍ਹਾਂ ਨਾਲ ਮਨੁੱਖ ਨੇ ਗਿਣਤੀਆਂ ਮਿਣਤੀਆਂ ਰਾਹੀਂ ਨਵੀਆਂ ਧਰਤੀਆਂ ਅਤੇ ਨਵੇਂ ਗ੍ਰਹਿਆਂ ਨੂੰ ਲੱਭਿਆ। ਖੇਤੀ ਯੁੱਗ ਦੀ ਵਿਵਸਥਾ ਨੂੰ ਪੱਕੇ ਪੈਰੀ ਕਰਨ ਵਾਸਤੇ ਸਮਾਜਿਕ ਪ੍ਰਬੰਧ ਲਈ ਜਾਤ-ਪਾਤ ਪ੍ਰਣਾਲੀ, ਜਾਇਦਾਦ ਦਾ ਸੰਕਲਪ, ਵਾਰਸ ਦੀ ਲੋੜ ਕਾਰਨ ਵਿਆਹ ਦੀ ਪ੍ਰਥਾ, ਵਿਆਹ ਨਾਲ ਸੰਬੰਧਿਤ ਰਸਮਾਂ ਰੀਤਾਂ, ਇਸਤਰੀ ਪੁਰਸ਼ ਦੇ ਸੱਭਿਆਚਾਰਕ ਅਤੇ ਆਰਥਿਕ ਕਾਰਜਾਂ ਕੰਮਾਂ ਦੀ ਵੰਡ ਅਤੇ ਵਿਹਲੇ ਸਮੇਂ ਨੂੰ ਪੂਰਨ ਲਈ ਮੇਲਿਆਂ ਤਿਉਹਾਰਾਂ ਦਾ ਨਿਰਮਾਣ ਹੋਇਆ ਹੈ। ਖੇਤੀ ਯੁੱਗ ਵਿੱਚ ਕੁਝ ਸਿਆਣੇ ਲੋਕਾਂ ਨੇ ਆਲੇ ਦੁਆਲੇ ਨੂੰ ਘੋਖਣਾ ਆਰੰਭ ਕੀਤਾ ਅਤੇ ਕੁਦਰਤ ਵਿੱਚ ਕਾਰਨ ਕਾਰਜ ਵਿਚਲੇ ਸੰਬੰਧਾਂ ਨੂੰ ਜਾਣਿਆ। ਕਾਰਨ ਕਾਰਜ ਦਾ ਸੰਬੰਧ ਸਮੁੱਚੇ ਵਿਗਿਆਨ ਦਾ ਆਧਾਰ ਹੈ। ਮਨੁੱਖ ਨੇ ਲੱਕੜ ਨਾਲ ਅੱਗ ਬਾਲਣੀ ਆਰੰਭ ਕੀਤੀ ਕਿਉਂਕਿ ਉਸ ਨੂੰ ਲੱਕੜ ਅਤੇ ਅੱਗ ਦੇ ਕਾਰਨ ਕਾਰਜ ਸੰਬੰਧ ਦਾ ਪਤਾ ਲੱਗ ਗਿਆ ਸੀ। ਪਸ਼ੂਆਂ ਅਤੇ ਪੰਛੀਆਂ ਨੂੰ ਇਸ ਸੰਬੰਧ ਦਾ ਪਤਾ ਨਾ ਹੋਣ ਕਰਕੇ ਉਹਨਾਂ ਦਾ ਜੀਵਨ ਅੱਜ ਵੀ ਉਵੇਂ ਹੀ ਹੈ ਜਿਵੇਂ ਹਜ਼ਾਰਾਂ ਲੱਖਾਂ ਸਾਲ ਪਹਿਲਾਂ ਸੀ। ਮਨੁੱਖ ਨੇ ਕੁਦਰਤ ਦੇ ਵਰਤਾਰਿਆਂ ਨੂੰ ਸਮਝ ਕੇ ਕੁਝ ਵਿਸ਼ਵ ਵਿਆਪੀ ਨੇਮਾਂ ਦਾ ਪਤਾ ਲਾਇਆ ਹੈ। ਧਰਮ ਦੇ ਨੇਮ ਸਥਾਨਕ ਹੁੰਦੇ ਹਨ, ਜਿਵੇਂ ਤਿੱਬਤੀਆਂ ਦਾ ਸਵਰਗ ਨਿੱਘਾ ਹੈ ਅਤੇ ਮਾਰੂਥਲਾਂ ਦੇ ਵਸਨੀਕਾਂ ਦਾ ਸਵਰਗ ਠੰਡਾ ਹੈ, ਪਰ ਵਿਗਿਆਨਕ ਦੇ ਨੇਮ ਸਭ ਥਾਈਂ ਇਕਸਾਰ ਲਾਗੂ ਹੁੰਦੇ ਹਨ। ਧਰਮ ਨੇ ਪਰਮਾਤਮਾ ਦੀ ਹੋਂਦ ਸਥਾਪਿਤ ਕਰਨ ਲਈ ਧਾਰਮਿਕ ਗ੍ਰੰਥਾਂ ਵਿੱਚ ਦਰਜ ਕਥਨਾਂ ਅਤੇ ਕੁਦਰਤ ਦੇ ਪਸਾਰੇ ਨੂੰ ਆਧਾਰ ਬਣਾਇਆ ਹੈ, ਜਦੋਂ ਕਿ ਵਿਗਿਆਨ ਨੇ ਧਾਰਮਿਕ ਗ੍ਰੰਥਾਂ ਦਾ ਨਹੀਂ, ਕੁਦਰਤ ਦਾ ਸਿਲਸਿਲੇਵਾਰ ਅਧਿਐਨ ਕਰਕੇ ਵੱਖ-ਵੱਖ ਵਰਤਾਰਿਆਂ ਵਿਚਲੇ ਸਰਬ ਵਿਆਪੀ ਨੇਮ ਲੱਭ ਕੇ ਯੰਤਰਾਂ ਦਾ ਨਿਰਮਾਣ ਕੀਤਾ ਹੈ ਅਤੇ ਭਾਪ ਨੂੰ ਵਰਤਣ ਦੀ ਜੁਗਤ ਕੱਢੀ ਹੈ ਅਤੇ ਇੰਜਣ ਦੀ ਸ਼ਕਤੀ ਅਤੇ ਬਿਜਲੀ ਨੂੰ ਵਰਤ ਕੇ ਉਦਯੋਗਿਕ ਯੁੱਗ ਦਾ ਆਰੰਭ ਕੀਤਾ ਹੈ। 19ਵੀਂ ਸਦੀ ਦੇ ਅੱਧ ਤੱਕ ਸੰਸਾਰ ਵਿੱਚ ਅਮੀਰੀ ਗਰੀਬੀ ਦਾ ਪਾੜਾ ਪ੍ਰਤੱਖ ਨਹੀਂ ਸੀ। ਇਹ ਪਾੜਾ ਉਦਯੋਗਿਕ ਯੁੱਗ ਵਿੱਚ ਪੂੰਜੀਵਾਦੀ ਵਿਵਸਥਾ ਨੇ ਉਘਾੜਿਆ ਹੈ। ਉਦਯੋਗਿਕ ਯੁੱਗ ਵਿੱਚ ਕਾਰਖਾਨਿਆਂ ਵਾਲੇ ਕਾਮਿਆਂ ਦੀ ਮਿਹਨਤ ਨੂੰ ਹਥਿਆਉਣ ਕਰਕੇ ਇਕੱਠੀ ਹੋਈ ਦੌਲਤ ਅਤੇ ਮੁਨਾਫੇ ਵਾਲੀ ਵਪਾਰਕ ਬਿਰਤੀ ਕਾਰਨ ਅਮੀਰ ਹੁੰਦੇ ਗਏ, ਜਦੋਂ ਕਿ ਖੇਤੀ ਕਰਨ ਵਾਲੇ ਪਹਿਲਾਂ ਵਾਂਗ ਹੀ ਉਵੇਂ ਹੀ ਰਹੇ, ਪਰ ਕਾਰਖਾਨੇਦਾਰਾਂ ਦੀ ਤੁਲਨਾ ਵਿੱਚ ਖੇਤੀ ਕਰਨ ਵਾਲੇ ਗਰੀਬ ਵਿਖਾਈ ਦੇਣ ਲੱਗੇ। ਫੈਕਟਰੀਆਂ ਦੁਆਲੇ ਕਸਬੇ ਵਸੇ, ਕਸਬੇ ਵੱਡੇ ਹੋ ਕੇ ਸ਼ਹਿਰ ਬਣ ਗਏ। ਨਵੇਂ ਵਿਗਿਆਨ ਹੋਂਦ ਵਿੱਚ ਆਏ। ਸਿੱਖਿਅਤ ਅਮਲੇ ਦੀ ਲੋੜ ਪੂਰੀ ਕਰਨ ਲਈ ਵਿਦਿਅਕ ਸੰਸਥਾਵਾਂ ਉਸਰੀਆਂ, ਜੀਵਨ ਦਾ ਸ਼ਹਿਰੀਕਰਨ ਹੋਇਆ, ਮੱਧ ਸ਼੍ਰੇਣੀ ਉੱਭਰੀ, ਸਾਮੰਤਵਾਦੀ ਬਾਦਸ਼ਾਹੀਆਂ ਦਾ ਭੋਗ ਪਿਆ।
ਸੁਤੰਤਰਤਾ ਅੰਦੋਲਨਾਂ ਰਾਹੀਂ ਦੇਸ਼ ਆਜ਼ਾਦ ਹੋਏ, ਪ੍ਰਜਾਤੰਤਰ ਉਭਰਨ ਲੱਗੇ, ਨਵੇਂ ਫਲਸਫੇ ਜਨਮੇ, ਮੁਕਾਬਲੇ ਦੀ ਬਿਰਤੀ ਅਧੀਨ ਸਮਾਜਵਾਦ ਅਤੇ ਪੂੰਜੀਵਾਦ ਨੇ ਇੱਕ ਦੂਜੇ ਨੂੰ ਚੁਣੌਤੀ ਦਿੱਤੀ। ਇਵੇਂ ਊਰਜਾ ਦੇ ਮਕਾਨਕੀ ਸਰੋਤ ਨੇ ਜੀਵਨ ਦੀ ਰਫ਼ਤਾਰ ਤੇਜ਼ ਕੀਤੀ, ਸੁੱਖ ਸਾਧਨ ਵਧਾਏ, ਨਵੇਂ ਰਿਸ਼ਤੇ ਉਸਾਰੇ ਅਤੇ ਜਾਤ ਦੀ ਥਾਂ ਜਮਾਤ, ਪਰਮਾਤਮਾ ਦੀ ਥਾਂ ਮਨੁੱਖ, ਪੋਥੀ ਦੀ ਥਾਂ ਪੁਸਤਕ, ਪਿੰਡ ਦੀ ਥਾਂ ਸ਼ਹਿਰ ਨੇ ਲਈ। ਨਵੀਂ ਜੀਵਨ ਜਾਚ ਉਸਰੀ ਅਤੇ ਸਮਾਚਾਰ ਪੱਤਰ, ਰੇਡੀਓ, ਸਿਨੇਮਾ, ਟੈਲੀਵਿਜ਼ਨ ਆਦਿ ਸੂਚਨਾ ਅਤੇ ਮਨੋਰੰਜਨ ਦੇ ਨਵੇਂ ਸਾਧਨ ਹੋਂਦ ਵਿੱਚ ਆਏ। ਰੇਡੀਓ, ਸਿਨੇਮਾ ਅਤੇ ਟੈਲੀਵਿਜ਼ਨ ਨੇ ਇਸਤਰੀ ਨੂੰ ਉਭਾਰਿਆ ਹੈ ਅਤੇ ਇਸਤਰੀ ਨੇ ਇਹਨਾਂ ਮਨੋਰੰਜਨੀ ਸਾਧਨਾਂ ਨੂੰ ਹਰਮਨ ਪਿਆਰਾ ਬਣਾਇਆ ਹੈ। ਇਸਤਰੀ ਦੇ ਵਿਕਾਸ ਵਿੱਚ ਸਿੱਖਿਆ, ਬਿਜਲੀ ਅਤੇ ਗਰਭ ਰੋਕੂ ਵਿਧੀਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਸਾਰੇ ਉਦਯੋਗਿਕ ਯੁੱਗ ਦੀ ਦੇਣ ਹਨ। ਸਪਸ਼ਟ ਹੈ ਕਿ ਸ਼ਿਕਾਰ ਯੁੱਗ ਦੇ ਵਾਸੀ ਜੰਗਲਾਂ ਦੇ ਵਾਸੀ ਸਨ, ਖੇਤੀ ਯੁੱਗ ਨੇ ਪਿੰਡ ਵਸਾਏ, ਜਦੋਂ ਕਿ ਉਦਯੋਗਾਂ ਨੇ ਸ਼ਹਿਰ ਉਸਾਰੇ ਹਨ। ਹੁਣ ਵੀ ਜੰਗਲਾਂ ਦੇ ਆਦੀਵਾਸੀ ਖੇਤੀ ਯੁੱਗ ਦਾ ਲਾਭ ਨਹੀਂ ਉਠਾ ਸਕਦੇ ਅਤੇ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਉਦਯੋਗਿਕ ਯੁੱਗ ਦੇ ਉਸਾਰੇ ਮਹਾਨਗਰਾਂ ਦੀਆਂ ਸਾਰੀਆਂ ਸਹੂਲਤਾਂ ਅਤੇ ਸੰਭਾਵਨਾਵਾਂ ਨਹੀਂ ਹੰਢਾ ਸਕਦੇ। ਇਸ ਵੇਲੇ ਸਾਰਾ ਸੰਸਾਰ ਵਿਕਸਿਤ ਦੇਸ਼ਾਂ ਵੱਲ ਅੱਡੀਆਂ ਚੁੱਕ ਕੇ ਵੇਖ ਰਿਹਾ ਹੈ ਅਤੇ ਸੰਸਾਰ ਦਾ ਹਰ ਦੇਸ਼ ਅਮਰੀਕਾ ਜਿਤਨੀ ਤਰੱਕੀ ਕਰਨੀ ਚਾਹੁੰਦਾ ਹੈ। ਸਰੀਰਕ ਬਲ, ਪਸ਼ੂ ਬਲ ਅਤੇ ਮਕਾਨਕੀ ਬਲ ਤੋਂ ਅਗਲੇਰਾ ਪੜਾਅ ਸੂਰਜੀ ਊਰਜਾ ਦਾ ਹੋਵੇਗਾ। ਇਹ ਚੌਥਾ ਭਾਵ ਸੂਰਜੀ ਟੈਕਨੋਲੋਜੀ ਦਾ ਯੁੱਗ ਹੋਵੇਗਾ। ਸੂਰਜੀ ਊਰਜਾ ਦੇ ਪੱਖੋਂ ਏਸ਼ੀਆਈ ਦੇਸ਼ਾਂ ਵਿੱਚ ਧੁੱਪ ਦੀ ਭਰਮਾਰ ਹੈ, ਇਸ ਲਈ ਅਜੋਕੀ ਸਦੀ ਨੂੰ ਏਸ਼ੀਆਈ ਸਦੀ ਕਿਹਾ ਜਾਏਗਾ। ਸੂਰਜੀ ਊਰਜਾ ਨਾਲ ਵਿਕਾਸ ਚੰਗੇਰਾ, ਸੁਖਾਵਾਂ ਅਤੇ ਪ੍ਰਦੂਸ਼ਣ ਰਹਿਤ ਹੋਵੇਗਾ। ਸੰਸਾਰ ਦੇ ਚੌਥੇ ਯੁੱਗ ਵਿੱਚ ਜੀਵਨ ਦੇ ਆਧਾਰ, ਤਰਜੀਹਾਂ, ਰਿਸ਼ਤੇ ਅਤੇ ਉਦੇਸ਼ ਵੱਖਰੇ ਹੋਣਗੇ। ਸਮੱਸਿਆਵਾਂ ਵੀ ਨਵੀਂ ਪ੍ਰਕਾਰ ਦੀਆਂ ਹੋਣਗੀਆਂ। ਸੰਦ, ਪ੍ਰਬੰਧ, ਕੰਮ ਧੰਦੇ ਅਤੇ ਢੰਗ ਤਰੀਕੇ ਬਦਲਣਗੇ। ਵਿਸ਼ਵ ਪੱਧਰ ਤੇ ਪਰਿਵਰਤਨ ਦੀਆਂ ਇਹ ਨਿਸ਼ਾਨੀਆਂ ਆਲੇ ਦੁਆਲੇ ਵਿੱਚ ਉਭਰਨ ਲੱਗ ਪਈਆਂ ਹਨ। ਅਜੋਕਾ ਸੰਸਾਰ ਇੱਕ ਨਵੇਂ ਯੁੱਗ ਦੀ ਦਹਿਲੀਜ਼ 'ਤੇ ਖਲੋਤਾ ਹੈ। ਜਿਹੜੇ ਤਿਆਰ ਹੋਣਗੇ ਉਹੀ ਪ੍ਰਵੇਸ਼ ਕਰਨਗੇ, ਜਿਹੜੇ ਹਿੰਮਤ ਕਰਨਗੇ ਉਹੀ ਲਾਭ ਉਠਾਉਣਗੇ। ਸੋ ਇਸ ਦੇ ਨਾਲ ਹੀ ਇਹ ਲੇਖ ਖਤਮ ਹੁੰਦਾ ਹੈ। ਫਿਰ ਮਿਲਦੇ ਹਾਂ ਇਸ ਦੇ ਅਗਲੇ ਲੇਖ ਦੇ ਨਾਲ। ਧੰਨਵਾਦ।